ਅੱਜ ਆਪਾਂ ਸਾਰੇ ਹੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪ੍ਰਕਾਸ਼ ਪੁਰਬ ਨੂੰ ਮਨਾ ਰਹੇ ਹਾਂ। ਸਾਹਿਬ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਜਿਨ੍ਹਾਂ ਦਾ ਪ੍ਰਕਾਸ਼ ਸਥਾਨ ਕੀਰਤਪੁਰ ਵਿਖੇ ਰੋਪੜ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਦੇ ਗ੍ਰਹਿ ਵਿਖੇ ਤੇ ਮਾਤਾ ਕ੍ਰਿਸ਼ਨ ਕੌਰ ਜੀ ਦੀ ਕੁੱਖੋਂ ਸਾਹਿਬਾਂ ਦਾ ਸੰਸਾਰ ਵਿੱਚ ਆਉਣਾ ਹੋਇਆ ਤੇ ਸਾਹਿਬ ਜੀ ਦੇ ਬਾਰੇ ਆਪ ਸਾਰਿਆਂ ਨੂੰ ਪਤਾ ਹੈ। ਛੋਟੀ ਉਮਰਾਂ ਵਿੱਚ ਹੀ ਹਿੰਦੂ ਧਰਮ ਵਿੱਚ ਇੰਜ ਮੰਨਿਆ ਜਾਂਦਾ ਸੀ ਕਿ ਤਕਰੀਬਨ 35 ਸਾਲ ਤੋਂ ਛੋਟਾ ਉਮਰ ਵਾਲਾ ਗੁਰੂ ਨਾ ਬਣੇ, ਧਰਮ ਰੱਖਿਅਕ ਨਾ ਬਣੇ, ਕਿਉਂਕਿ ਉਸ ਨੂੰ ਸਮਝ ਨਹੀਂ ਹੁੰਦੀ ਇਹ ਜਾਣ ਕੇ, ਇਹ ਸਮਝ ਕੇ। ਪਰ ਸੰਸਾਰ ਦੇ ਵਿੱਚ ਆਪ ਜੀ ਨੇ ਤੱਕਿਆ ਹੈ ਛੋਟੀ ਉਮਰਾਂ ਵਾਲੇ ਸਿੱਖ ਬਣੇ ਹਨ ਬਾਬਾ ਬੁੱਢਾ ਜੀ। ਛੋਟੀ ਉਮਰ ਹੈ ਤੇ ਗਿਆਨ ਬੁੱਢਿਆਂ ਵਾਲਾ ਹੈ। ਧੰਨ ਗੁਰੂ ਨਾਨਕ ਸਾਹਿਬ ਜੀ ਦੀ ਅਪਾਰ ਕਿਰਪਾ ਰਹਿਮਤ। ਸਿੱਖ ਬਣੇ ਹਨ ਤੇ ਭਗਤ ਵੀ ਬਣੇ ਹਨ ਛੋਟੀ ਉਮਰਾਂ ਵਿੱਚ। ਧਰੂ ਪ੍ਰਹਿਲਾਦ ਤੇ ਸ਼ਹੀਦ ਵੀ ਹੋਏ ਹਨ ਛੋਟੀ ਉਮਰਾਂ ਵਿੱਚ ਗੁਰੂ ਕੇ ਲਾਲ। ਪਰ ਅੱਜ ਤੱਕ ਛੋਟੀ ਉਮਰਾਂ ਵਾਲਾ ਗੁਰੂ ਕੋਈ ਨਹੀਂ ਸੀ ਬਣਿਆ। ਗੁਰੂ ਬਣੇ ਹਨ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੀ ਬਹੁਤ ਹੀ ਛੋਟੀ ਉਮਰ ਹੈ, 5.25 ਸਾਲ ਦੀ ਉਮਰ ਹੈ ਤੇ ਗੁਰਿਆਈ ਪ੍ਰਾਪਤ ਹੋਈ। ਤੇ ਗੁਰਿਆਈ ਤੇ ਕਿਤਨਾ ਕੁ ਸਮਾ ਰਹੇ ਹਨ? ਤਕਰੀਬਨ 2 ਸਾਲ, 7.5 ਸਾਲਾਂ ਦੀ ਉਮਰਾਂ ਵਿੱਚ ਸੰਸਾਰ ਦੇ ਭਲੇ ਲਈ ਰੋਗੀ ਕਾ ਪ੍ਰਭ ਖੰਡੋ ਰੋਗ, ਦੁਖੀ ਕਾ ਮਿਟਾਹੋ ਪ੍ਰਭ ਸੋਗ। ਸਾਹਿਬ ਜੀ ਜਦੋਂ ਦਿੱਲੀ ਵਿੱਚ ਆਉਣਾ ਕੀਤਾ, ਰਾਹ ਪੈਂਡੇ ਵਿੱਚ ਚੀਵਰ ਛੱਜੂ ਜਿਹੜਾ ਕਿ ਗੂੰਗਾ ਸੀ, अनबोले को तू ही पहचाने जो जीवन में होता, मन क्या कहता हूँ क्या कहता, जान प्रवीण ठाकुर प्रभ मेरे तिस आगे क्या कहता। राह विच आउंदे होए कुरुक्षेत्र विच एक पंडित मिलिया। उसने पूछा भाई गुरु साहब जी का नाम की है? सिखां दे गुरु हैं ते दर्शाया गया कि श्री गुरु हरकृष्ण साहब जी महाराज। धन धन साहब श्री गुरु हरकृष्ण साहब जी महाराज। ते बड़ा हैरान होया, कहते छोटी उम्रां विच ते इन्ना वड्डा नाम ते साडे दुआपुर विच कृष्ण भगवान जी होए हैं। उन्होंने गीता उच्चारण की है तो इन्होंने की उच्चारण किया है कि मैं तद मन्नागा जे गीता के अर्थ किते जान, गुरु साहब कर देन। ते गुरु साहब जी को एक छड़ी होंदी सी, छड़ी रखिया करते सन। ते उत्थे लागे छज्जू चीवर गूंगा भी है, बोला भी जड़ा बोल नहीं सकता। ते साहिबा ने छड़ी वो सिर ते रखी ते उसने साहिबा ने जिमें जिमें हुक्म किया त्यों त्यों भाई तू पढ़दा रहे ते नाल नाल अर्थ कराया चल कराए। ते वो पंडित मां साहिबां दे पावन चरणों में डिग्या। तेज बंगला साहब पहुंचे हैं। बंगला साहब की धरती ते आप जी नूं पता है कि बंगला हुंदा सी श्री जयचंद राजे का। अज वो बंगला साहिब बन गया। ये सारी कृपा रहमत धन गुरु हरकृष्ण साहब जी महाराज छोटी उम्र में 2 साल रहे हैं। तो आकर के उत्थे जो देखा संसार दे विच उस वेले चेचक दी फ्लैग की बीमारी बड़ी वड्डे जोरां ते फैली हुई सी। ते साहिबां ने वो बीमारी जिहदे कोल भी जांदे, जिन्हों भी तकदे, वो हरिया भरिया हो जाता, उहदे दुख दूर हो जाते। दर्शन देख दुख नसे। जिथे भी बैठते धन गुरु हरकृष्ण साहब जी छोटी उम्र में जदों उन्होंने पता लगता कि इस थां ते रोगी बैठे हैं
ਬੜਾ ਹੀ ਭਿਆਨਕ ਸਮਾਂ ਸੀ ਕਿ ਜਿੱਦਾਂ ਆਪ ਜੀ ਨੇ ਹੁਣ ਵੀ ਤੱਕਿਆ ਹੈ, ਇਹ ਵੀ ਮਾਲਕ ਨੇ ਅਪਾਰ ਰਹਿਮਤ ਕਰਕੇ ਇਹ ਜਿਹੜਾ ਸੰਭਾਲਣ ਗਿਆ ਹੈ। ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ ਹੈ, ਤਦ ਜਾ ਕਰਕੇ ਆਪਾਂ ਸਾਰੇ ਸੁਖੀ ਬੈਠੇ ਹਨ। ਜਿਹੜੇ ਕਹਿੰਦੇ ਸਨ ਕਿ ਰੱਬ ਹੈ ਹੀ ਨਹੀਂ, ਉਹਨਾਂ ਨੂੰ ਵੀ ਰੱਬ ਦੀ ਯਾਦ ਆ ਗਈ। ਤੇ ਧੰਨ ਸਾਹਿਬ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਨੇ ਅਪਾਰ ਰਹਿਮਤ ਕੀਤੀ। ਰੋਗੀ ਕਾ ਪ੍ਰਭ ਖੰਡੋ ਰੋਗ, ਦੁਖੀਏ ਕਾ ਮਿਟਾਹੂ ਪ੍ਰਭ ਸੋਗ। ਤੇ ਸਾਹਿਬਾਂ ਨੇ ਅਪਾਰ ਰਹਿਮਤ ਬਖਸ਼ਿਸ਼ ਕੀਤੀ ਤੇ ਰੋਗੀਆਂ ਦੇ ਦੁੱਖ ਦੂਰ ਕਰਦੇ ਕਰਦੇ ਸਮੇਂ ਮੁਤਾਬਿਕ ਸਾਹਿਬ ਜੀ ਨੂੰ ਵੀ ਚੇਚਕ ਜਿਹੜੀ ਸੀ ਉਹਨਾਂ ਨੇ ਆਪਣੇ ਉੱਪਰ ਲੈ ਲਈ। ਤੇ ਉਸ ਤੋਂ ਬਾਅਦ 2 ਸਾਲ ਤਕਰੀਬਨ ਛੋਟੀ ਉਮਰਾਂ ਵਿੱਚ ਹੀ 7.25 ਸਾਲਾਂ ਦੀ ਉਮਰ ਹੋਈ, 5.25 ਸਾਲ ਦੀ ਉਮਰ ਵਿੱਚ ਗੁਰਤਾ ਗੱਦੀ ਪ੍ਰਾਪਤ ਹੋਈ ਮਿਲੀ। ਤੇ ਉਸ ਤੋਂ ਬਾਅਦ 2 ਸਾਲ ਰਹਿ ਕਰਕੇ 7 ਸਾਲਾਂ ਦੇ ਸਾਹਿਬ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਵੀ, ਕਿਉਂਕਿ ਜੋਤ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਚੱਲ ਰਹੀ ਹੈ, ਜਿਹਦੇ ਵਿੱਚ ਇਸ ਸੰਸਾਰ ਨੂੰ ਸਮਝਾਉਣ ਲਈ, ਦਿਖਾਉਣ ਲਈ ਕਿ ਸੰਸਾਰ ਦੇ ਵਿੱਚ ਕੀ ਕੁਝ ਹੁੰਦਾ ਹੈ ਤੇ ਕਿਵੇਂ ਰਹਿਣਾ ਪੈਂਦਾ ਹੈ। ਗੁਰੂ ਸਾਹਿਬ ਜੀ ਨੇ ਕਦੇ ਆਪਣੇ ਆਪ ਨੂੰ ਠੀਕ ਕਰ ਸਕਦੇ ਸਨ, ਆਪਣੇ ਆਪ ਦੇ ਦੁੱਖ ਦੂਰ ਕਰ ਸਕਦੇ ਸਨ, ਪਰ ਨਹੀਂ। ਸਾਹਿਬ ਜੀ ਨੇ ਕਿਹਾ ਉਸ ਮਾਲਕ ਦੇ ਹੁਕਮ ਮੁਤਾਬਿਕ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਮਾਲਕ ਦੇ ਭਾਣੇ ਵਿੱਚ ਰਹਿ ਕਰਕੇ ਜਿਤਨਾ ਜੀਵਨ ਮਿਲਿਆ ਹੈ ਉਹਦੇ ਮੁਤਾਬਿਕ, ਕਿਉਂਕਿ ਜੋਤ ਜਦੋਂ ਪੁੱਛਿਆ ਗਿਆ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਨੂੰ, ਆਪ ਜੀ ਤੋਂ ਬਾਅਦ ਬਾਬੇ ਕਿਹੜੇ ਹੋਣਗੇ? ਕਹਿੰਦੇ ਬਾਬਾ ਬਕਾਲੇ, ਬਕਾਲੇ ਦੀ ਧਰਤੀ ਤੇ ਹੈ। ਜਿੱਧਰ ਗੁਰਦਿੱਤਾ ਜੀ ਦਾਦੇ ਹਨ, ਗੱਦੀ ਮਿਲੀ ਹੈ ਤੇ ਨਾਲ ਫਿਰ ਦਾਦੇ ਨੂੰ, ਆਪਣੇ ਬਾਬੇ ਨੂੰ ਗੱਦੀ ਦਾ ਸੌਂਪ ਕੇ ਤੇ ਸਾਹਿਬ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਛੋਟੀ ਉਮਰਾਂ ਵਿੱਚ ਸਾਨੂੰ ਸਮਝਾ ਜਾਂਦੇ ਹਨ, ਹੈ ਭਾਈ ਇਹ ਜਿਹੜੇ ਦੁੱਖ ਹਨ ਇਹ ਆਉਂਦੇ ਜਾਂਦੇ ਰਹਿੰਦੇ ਹਨ, ਪਰ ਮਾਲਕ ਦੀ ਲੜ ਫੜ ਕੇ ਉਸ ਮਾਲਕ ਦਾ ਨਾਮ ਜਪਣਾ ਹੈ, ਸਿਮਰਨ ਕਰਨਾ ਹੈ। ਜਿਸ ਸਿਮਰਤ ਸੁਖ ਹੋਏ ਸਗਲੇ ਦੁੱਖ ਜਾਏ। ਜਿਹਦੇ ਸਿਮਰਨ ਕੀਤਿਆਂ ਇਹ ਆਏ ਹੋਏ ਜਿਹੜੇ ਦੁੱਖ ਹਨ ਇਹ ਸਾਰੇ ਦੂਰ ਹੋ ਜਾਂਦੇ ਹਨ। ਆਪਾਂ ਤੱਕਦੇ ਵੀ ਹਾਂ ਦਰਬਾਰ ਸਾਹਿਬ ਅੱਜ ਵੀ ਬੱਚੇ ਜਾਂਦੇ ਹਨ, ਜਿਨ੍ਹਾਂ ਨੂੰ ਕਿਸੇ ਨੂੰ ਅੱਖਾਂ ਨਹੀਂ, ਉੱਥੇ ਜਾ ਕੇ ਅੱਖਾਂ ਦੀ ਰੋਸ਼ਨੀ ਆ ਜਾਂਦੀ ਹੈ। ਸੋ ਸਤਿਗੁਰੂ ਜੀ ਕਿਰਪਾ ਕਰਨ ਆਪ ਸਾਰੀਆਂ ਸੰਗਤਾਂ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪ੍ਰਕਾਸ਼ ਪੁਰਬ ਦੀਆਂ ਬਹੁਤ ਬਹੁਤ ਵਧਾਈਆਂ, ਲੱਖ ਲੱਖ ਵਧਾਈਆਂ। ਇਤਨੀ ਸੇਵਾ ਪ੍ਰਵਾਨ ਕਰਨਾ ਜੀ। ਅਗਲਾ ਜਿਹੜਾ ਪ੍ਰੋਗਰਾਮ ਹੈ ਆਪ ਜੀ ਮਾਨਯੋਗ ਸਕੱਤਰ ਸਾਹਿਬ ਜੀ ਕੋਲੋਂ ਸਰਵਣ ਕਰੋ। ਭੁੱਲਾਂ ਚੁੱਕਾਂ ਦੀ ਖਿਮਾ। ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਐਤਵਾਰ ਦੇ ਸਵੇਰ ਦੇ ਦੀਵਾਨੰਦ ਦਰਸ਼ਨਦਾਰੀ ਕਰਕੇ ਸਾਹਿਬਾਂ ਦੀ ਬਖਸ਼ਾਂ ਲੈ ਰਹੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਭਾਈ ਸਾਹਿਬ ਭਾਈ ਲਾਖਨ ਸਿੰਘ ਜੀ ਤੇ ਉਹਨਾਂ ਦਾ ਕੀਰਤਨੀ ਜਥਾ, ਜਿਨ੍ਹਾਂ ਨੇ ਆਪ ਜੀ ਨੂੰ ਰਾਜਬਾਣੀ ਦੇ ਕੀਰਤਨ ਸਰਵਣ ਕਰਵਾਏ ਨੇ। ਉਹਨਾਂ ਦਾ ਹਾਰਦਿਕ ਧੰਨਵਾਦ ਜੀ। ਹੁਣ ਆਪ ਜੀ ਨੂੰ ਕੀਰਤਨ ਸਰਵਣ ਕਰਾਉਣਗੇ ਭਾਈ ਸਾਹਿਬ ਭਾਈ ਓਮਕਾਰ ਸਿੰਘ ਜੀ ਤੇ ਉਹਨਾਂ ਦਾ ਕੀਰਤਨੀ ਜਥਾ ਜੀ 11:20 ਤੱਕ। 11:20 ਤੇ ਫਿਰ ਕਥਾ ਕਰਨਗੇ ਆ ਕੇ ਸਤਿਕਾਰਯੋਗ ਗਿਆਨੀ ਵਰਿੰਦਰਪਾਲ ਸਿੰਘ ਜੀ। ਇਸ ਤਰ੍ਹਾਂ ਨਾਲ ਪ੍ਰੋਗਰਾਮ ਚੱਲਦਾ ਰਹੇਗਾ ਜੀ ਸ਼ਾਮ ਦੇ 8:30 ਵਜੇ ਤੱਕ। ਸੂਚਨਾਵਾਂ, ਪਹਿਲੀ ਸੂਚਨਾ ਦੀ ਬਜਾਏ ਮੈਂ ਆਖਰੀ ਸੂਚਨਾ ਜਿਹੜੀ ਹੈਗੀ ਉਹ ਪਹਿਲਾਂ ਸਾਂਝੀ ਕਰ ਲਵਾਂ ਮੇਰੀ ਲਿਸਟ 'ਤੇ। ਉਹ ਹੈ ਜੀ ਕਿ 4 ਸਤੰਬਰ ਨੂੰ ਨਗਰ ਕੀਰਤਨ ਹੋ ਰਿਹਾ ਗੁਰੂ ਘਰ ਸਾਹਿਬ ਦੇ। ਪਿਛਲੇ 2 ਸਾਲਾਂ 'ਚ ਕੋਵਿਡ-19 ਕਰਕੇ ਨਹੀਂ ਸੀ ਕਰ ਸਕੇ। ਇਸ ਵਾਰ ਸਾਨੂੰ ਪਰਮਿਟ ਮਿਲ ਜਾਣਾ। ਬਹੁਤ ਸਾਰੀਆਂ ਕੰਡੀਸ਼ਨਸ ਉਹਨਾਂ ਨੇ ਮੰਨ ਲਈਆਂ ਸਾਡੀਆਂ ਅੱਗੇ, ਜਿਨ੍ਹਾਂ ਨੇ ਪਰਮਿਟ ਦੇਣਾ ਹੈਗਾ। ਸੋ ਥੋੜ੍ਹੀਆਂ ਫਾਰਮੈਲਿਟੀਜ਼ ਹੋ ਰਹਿੰਦੀਆਂ, ਉਹਨਾਂ ਨਾਲ ਮੀਟਿੰਗ ਕਰਨੀ ਹੈ ਅਤੇ ਪਰਮਿਟ ਮਿਲ ਜਾਣਾ ਹੈਗਾ। ਸੋ ਆਪਾਂ ਚਿੱਤੇ ਰੱਖੀਏ ਇੱਕ ਗੱਲ। ਦੂਸਰਾ, ਆਪ ਜੀ ਦੇ ਚਰਨਾਂ 'ਚ ਬੇਨਤੀ ਆ ਉਸ ਦੇ ਵਿੱਚ ਯਥਾਯੋਗ ਹਿੱਸਾ ਪਾਉਣ ਦੀ ਸੇਵਾ ਦਾ, ਜਿੰਨਾ ਵੀ ਕਰ ਸਕਦੇ ਹੋ। ਪਰ ਆਪਾਂ ਬਾਹਰ ਲੰਗਰ ਨਹੀਂ ਪਕਾ ਸਕਾਂਗੇ, ਨਾ ਵਰਤਾ ਸਕਾਂਗੇ। ਪਹਿਲਾਂ ਬੇਨਤੀ ਕਰਦੇ ਹਾਂ, ਕਈ ਵਾਰੀ ਕੋਈ ਕਹਿੰਦਾ ਮੈਂ ਸਮੋਸਿਆਂ ਦੀ ਸੇਵਾ ਕਰਨੀ, ਕੋਈ ਹੋਰ ਕਿਸੇ ਦੀ, ਉਹ ਨਹੀਂ, ਬਾਹਰ ਨਹੀਂ ਹੋਏਗੀ। ਹਾਂ, ਗੁਰੂ ਕੇ ਲੰਗਰ ਦੇ ਵਿੱਚ ਹੀ ਪ੍ਰੋਗਰਾਮ ਹੋਣਾ। ਮੈਂ ਪਹਿਲਾਂ ਹੀ ਦੱਸ ਦਿਆਂ, ਪਰਮਿਟ ਉਹਨਾਂ ਨੂੰ ਦੇ ਦੇਣਾ ਹੈਗਾ, ਇਹ ਵੀ ਮੈਨੂੰ ਪਤਾ ਹੈਗਾ। ਪਰ ਨਾਲ ਕੰਡੀਸ਼ਨਸ ਇਹ ਹੋਣਗੀਆਂ ਕਿ ਬਾਹਰ ਨਹੀਂ ਆਪਾਂ ਵਰਤਾ ਸਕਾਂਗੇ ਲੰਗਰ, ਅਤੇ ਨਾ ਹੀ ਬਾਹਰ ਬਣਾ ਸਕਾਂਗੇ। ਹੁਣ ਸੂਚਨਾਵਾਂ। ਜੁਲਾਈ ਦੇ ਵਿੱਚ ਆਪਾਂ ਕੱਲ੍ਹ ਪਰਸੋਂ ਧੰਨ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਮਨਾ ਕੇ ਹਟੇ ਹਾਂ ਜੀ।
ਤੇ 31 ਜੁਲਾਈ ਨੂੰ ਆ ਰਿਹਾ ਹੈਗਾ ਸ਼ਹੀਦੀ ਦਿਹਾੜਾ ਭਾਈ ਊਧਮ ਸਿੰਘ ਜੀ ਦਾ, ਮਹਾਨ ਸ਼ਹੀਦ ਜਿਹੜੇ ਸਾਡੇ ਸਿੱਖ ਪੰਥ ਦੇ। 17 ਅਗਸਤ ਦੇ ਵਿੱਚ ਦੀ ਗੱਲ ਕਰਾਂ, 17 ਅਗਸਤ ਨੂੰ ਸੰਗਰਾਂਦ ਹੈਗੀ ਆ ਜੀ। 28 ਅਗਸਤ ਨੂੰ ਬਹੁਤ ਹੀ ਮਹਾਨ ਦਿਹਾੜਾ ਆ ਰਿਹਾ। ਉਸ ਦਿਨ ਕੀ ਆ ਜੀ, ਪ੍ਰਕਾਸ਼ ਪਹਿਲਾ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ। ਜਦੋਂ ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਆਪ ਚੌਰ ਕਰ ਰਹੇ ਸਨ ਤੇ ਲਿਆ ਰਹੇ ਸਨ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਰਬਾਰ ਸਾਹਿਬ ਲਿਆਉਣ ਵਾਸਤੇ, ਬਾਬਾ ਬੁੱਢਾ ਜੀ ਨੇ ਸਵਾਰੀ ਆਪਣੇ ਸਿਰ ਤੇ ਰੱਖੀ ਸੀ। ਉਹ ਦਿਨ ਚੇਤੇ ਕਰੀਏ, ਉਹ 28 ਅਗਸਤ ਨੂੰ ਆ ਰਿਹਾ ਤੇ ਆਪਾਂ ਨੇ ਉਸ ਨੂੰ ਬੜੇ ਪਿਆਰ ਨਾਲ ਤੇ ਸ਼ਰਧਾ ਨਾਲ ਮਨਾਉਣਾ। ਉਸ ਦੇ ਵਿੱਚ ਸਾਡੇ ਪਾਸ ਆ ਰਹੇ ਨੇ ਬੰਦੇ ਮਾਨ ਕੀਰਤਨੀਏ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲੇ। 4 ਦਿਨ ਦੀ ਸੇਵਾ ਲਈ ਆ ਰਹੇ ਨੇ ਉਹ ਨਗਰ ਕੀਰਤਨ ਕਰਨ। 25, 26, 27, 28 ਅਗਸਤ ਨੋਟ ਕਰ ਲਓ। ਤੇ ਡੇਜ਼ ਜਿਹੜੇ ਵੀਕ ਡੇਜ਼ ਦੇ ਵਿੱਚ ਉਹਨਾਂ ਦਾ ਸਮਾਂ ਹੋਇਆ ਕਰੇਗਾ 7:30 ਤੋਂ 8:30 ਕੀਰਤਨ ਦਾ ਸ਼ਾਮ ਨੂੰ, ਤੇ ਐਤਵਾਰ ਨੂੰ ਉਹਨਾਂ ਦਾ ਸਮਾਂ ਜੋ ਹੈ ਉਹ ਦੱਸਦਾ ਜਾਵੇਗਾ। ਉਹ ਅੱਗੇ ਜਾ ਕੇ ਆਪ ਜੀ ਨੂੰ ਅੱਗੇ ਚਲੀਏ। 30 ਅਗਸਤ ਨੂੰ 2 ਮਹਾਨ ਪੁਰਬ ਨੇ। ਇੱਕ ਤੇ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਕੰਪਲੀਸ਼ਨ ਤੇ ਉਹਦਾ ਮੁਕੰਮਲ ਹੋਣ ਦੀ ਜੋ ਉਸ ਦਿਨ ਹੋਏ ਸਨ ਪੂਰੇ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਉਸ ਦਿਨ ਸੰਪੂਰਨ ਹੋਏ ਸਨ। ਨਾਲ ਉਸ ਦਿਨ ਹੀ ਜੋਤੀ ਜੋਤ ਸਮਾਉਣ ਦਾ ਦਿਹਾੜਾ ਹੈ ਧੰਨ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਸੋਢੀ ਸੁਲਤਾਨ ਪਾਤਸ਼ਾਹ ਜੀ ਦਾ। ਤੇ ਬਾਕੀ ਆਪਣੇ ਲੰਗਰ ਦੇ ਵਿੱਚ ਖਿਆਲ ਕਰਨਾ। ਇੱਕ ਬੇਨਤੀ ਮੈਂ ਐਡ ਕਰਦੇ ਹਾਂ, ਜਿੱਥੇ ਲੰਗਰ ਉਹਨਾਂ ਲੈਣਾ ਜਿੰਨਾ ਆਪਣੇ ਛਕ ਲੈਣਾ ਤੇ ਵੇਸਟ ਨਾ ਜਾਵੇ। ਦੂਜੀ ਬੇਨਤੀ ਹੈ ਕਿ ਉੱਥੇ ਆਪਾਂ ਫਿਰ ਬਹਿ ਕੇ ਬੈਠੇ ਨਾ ਰਹੀਏ, ਉਹਨੂੰ ਇੱਕ ਸੋਸ਼ਲ ਗੈਦਰਿੰਗ ਨਾ ਬਣਾ ਲਈਏ ਗੁਰੂ ਪਿਆਰਿਓ। ਕਿਉਂ? ਬਾਕੀਆਂ ਨੇ ਵੀ ਉੱਥੇ ਲੰਗਰ ਛਕਣਾ, ਤਾਂ ਵੇਲਾ ਕਰ ਦਈਏ ਲੰਗਰ ਛਕ ਕੇ ਨਾਲ ਹੀ ਉੱਠ ਖੜੇ ਹੋਈਏ। ਗੱਲ ਕਰਨੀ ਉੱਠ ਕੇ ਪਰੇ ਹੋ ਕੇ ਕਰ ਲਓ, ਪਰ ਤਾਂ ਵੇਲਾ ਕਰ ਦਿਓ ਜ਼ਰੂਰ। ਇਹ ਬੇਨਤੀ ਮੈਂ ਐਡ ਕਰਤੀ ਅੱਜ, ਹੋਰ ਫਿਰ ਵੀ ਕਰਦਾ ਰਹਾਂਗਾ ਨਾਲ। ਕਈ ਵਾਰੀ ਸਵੇਰ ਦੇ ਲੰਗਰ ਛਕੇ ਨੇ 2 ਵਜੇ ਤੱਕ ਉੱਥੇ ਹੀ ਰਹਿੰਦਾ ਬੰਦਾ, ਜਿਹੜਾ ਵੀ ਆਉਂਦਾ ਜਾਂਦਾ ਫਿਰ ਉੱਥੇ ਉਹਦੇ ਕੋਲ ਹੀ ਗੱਲ ਕਰਕੇ ਜਾਂਦਾ। ਨਹੀਂ ਭਾਈ, ਇੱਥੇ ਆ ਕੇ ਸਰਵਣ ਕਰੋ ਬਾਣੀ, ਗੁਰੂ ਦੀ ਬਖਸ਼ ਲਓ, ਆਪ ਜੀ ਨੂੰ ਬੇਨਤੀ ਹੈ। ਸੋ ਆਓ ਹੁਣ ਕੀਰਤਨ ਸਰਵਣ ਕਰੀਏ ਜੀ, ਠੀਕ 11:20 ਤੱਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪੁਆਦ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ तुद आगे अरदास हमारी अरदास हमारी जियो पिंड
ਸਭ ਤੇਰਾ। ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨ ਜਾਣੈ ਮੇਰਾ। ਤਨ ਤਨ ਹਮਾਰੇ ਭਾਗ, ਕਰ ਆਇਆ ਪੀਰ ਮੇਰਾ। ਤਨ ਤਨ ਹਮਾਰੇ ਭਾਗ, ਕਰ ਆਇਆ ਪੀਰ ਮੇਰਾ। ਤਨ ਤਨ ਹਮਾਰੇ ਭਾਗ, ਕਰ ਆਇਆ ਪੀਰ ਮੇਰਾ। ਸੋਹੇ ਬੰਕ ਦੁਆ ਸਗਲਾ ਬਨਹਰਾ, ਸੋਹੇ ਬੰਕ ਦੁਆਰ ਸਗਲਾ ਬਨਹਰਾ। ਤਨ ਤਨ ਹਮਾਰੇ ਭਾਗ, ਕਰ ਆਇਆ ਪੀਰ ਮੇਰਾ। ਜਪ ਲਓ ਹਮ ਹਮਾਰੇ ਭਾਗ, ਕਰ ਆਇਆ ਪੀਰ ਮੇਰਾ। ਹਰ ਹਰਾ ਸੁਆਮੀ ਸੁਖ ਹੈ ਗਾਮੀ, ਆਨੰਦ ਮੰਗਲ ਰਸ ਘਣਾ। ਹਰ ਹਰਾ ਸੁਆਮੀ ਸੁਖ ਹੈ ਗਾਮੀ, ਆਨੰਦ ਮੰਗਲ ਰਸ ਘਣਾ। ਹਰ ਹਰਾ ਸੁਆਮੀ ਸੁਖ ਹੈ ਗਾਮੀ, ਆਨੰਦ ਮੰਗਲ ਰਸ ਘਣਾ। ਹਰ ਹਰਾ ਸੁਆਮੀ ਸੁਖ ਗਾਮੀ, ਆਨੰਦ ਮੰਗਲ ਰਸ ਘਣਾ। ਨਵਲ ਨਵ ਤਉ ਨਾ ਹੋ ਬਾਲਾ, ਨਵਲ ਨਵ ਤਉ ਨਾ ਹੋ ਬਾਲਾ। ਕਵਨ ਰਸਨਾ ਗੁਣ ਭਣਾ, ਕਵਨ ਰਸਨਾ ਗੁਣ ਭਣਾ। ਤਨ ਤਨ ਹਮਾਰੇ ਭਾਗ, ਕਰ ਆਇਆ ਪੀਰ ਮੇਰਾ। ਤਨ ਤਨ ਹਮਾਰੇ ਭਾਗ, ਕਰ ਆਇਆ ਪੀਰ ਮੇਰਾ। ਸੋਹੇ ਬੰਕ ਦੁਆ ਸਗਲਾ ਬਨਹਰਾ, ਸੋਹੇ ਬੰਕ ਦੁਆ ਸਗਲਾ ਬਨਹਰਾ। ਤਨ ਤਨ ਹਮਾਰੇ ਭਾਗ, ਕਰ ਆਇਆ ਪੀਰ ਮੇਰਾ। ਤਨ ਤਨ ਹਮਾਰੇ ਭਾਗ, ਕਰ ਆਇਆ ਪੀਰ ਮੇਰਾ। ਮੇਰੀ ਸੇਜ ਸੋਹੀ ਦੇਖ ਮੋਹੀ, ਸਗਲ ਸਹਸਾ ਦੁਖ ਹਰਾ। ਮੇਰੀ ਸੇਜ ਸੋਹੀ ਦੇਖ ਮੋਹੇ, ਸਗਲ ਸਹਸਾ ਦੁਖ ਹਰਾ। ਨਾਨਕ ਪੈ ਮੇਰੀ ਆਸ ਪੂਰੀ,
मेरी आस पूरी, मेरी आस मेरी आस पूरी, मेरी आस पूरी। सबे इच्छा पूरिया जा पाया अगम अपारा। गुरु नानक मिलया पार ब्रह्म, पार ब्रह्म तेरिया चरना को बलहारा, चरना को बलहारा तेरिया, तेरिया चरना को बलहारा, बलहारा बलहारा बलहारा। मेरी आस पूरी, मेरी आस पूरी, मिले स्वामी अपरंपरा, मिले स्वामी श्री हरि कृष्ण ते आइए, श्री हरि कृष्ण ते आइए, श्री हरि कृष्ण ते आइए, श्री हरि कृष्ण ते आइए। जिस डिठे सब दुख जाए, जिस डिठे सब दुख जाए, जिस डिठे सब दुख जाए, जिस डिठे सब दुख जाए। श्री हरि कृष्ण ते आइए, श्री हरि कृष्ण ते आइए। पढ़ो सारे श्री हरि, श्री हरि। गुरु तेग बहादुर सिमरिए, गुरु तेग बहादुर सिमरिए। जिन्हां दा नाम लियाई दुख दौड़ जाते, जिन्हां दा दर्शन कीते आई खुशियां मिल जांदियां ने। श्री हरि कृष्ण ध्याईए जिस डिठे सब दुख जाए, तेग बहादुर सिमरिए घर। कहते ने सारियां खुशियां 9 नदियां 18 सिद्धियां मालक दे नाम लैण नाल आ जांदियां ने। ते मैं बेनती करांगा, सीधी सीधी धारणा है, सारे मिल के जपियो। जेड़ा बोल सकदा है जरूर बोले, जेड़ा नहीं भी बोल सकदा वो भी बोले। बाला प्रीतम दे चरनां विच हाजरी। श्री हरि कृष्ण ते आइए, जपो। हाले आवाज नहीं आई भाई, बोलो गज बज के। श्री हरि कृष्ण ते आइए, हाले भी आवाज नहीं आई। वीरां नूं सब नूं बेनती है, थोड़ा उच्ची बोलो जी। श्री हरि कृष्ण ते आइए, जिस डिठे सब दुख जाए, जिस डिठे सब दुख जाए। श्री हरि कृष्ण ते आइए, श्री हरि कृष्ण ते आइए। गुरु तेग बहादुर सिमरिए, गुरु तेग बहादुर सिमरिए। कर नाउ नित आवे धाए, कर नाउ नित आवे धाए। सब थाई होए सहाय, सब थाई होए सहाय। श्री हरि कृष्ण ते आइए, श्री हरि कृष्ण ते आइए। श्री हरि कृष्ण ते आइए, श्री हरि कृष्ण ते आइए। वाहेगुरु 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 वाहेगुरु
ਵਾਹਿਗੁਰੂ 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 ਕੋਈ ਰਸਨਾ ਖਾਲੀ ਨਾ ਜਾਏ। ਵਾਹਿਗੁਰੂ 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 ਤਨ ਤਨ ਹਮਾਰੇ ਭਾਗ ਕਰ ਆਇਆ ਪੀਰ ਮੇਰਾ। ਜਪੋ ਜੀ। ਤਨ ਤਨ ਹਮਾਰੇ ਭਾਗ ਕਰ ਆਇਆ ਪੀਰ ਮੇਰਾ। ਤਨ ਤਨ ਹਮਾਰੇ ਭਾਗ ਕਰ ਆਇਆ ਪੀਰ ਮੇਰਾ। ਪੜੋ ਸਾਰੇ। ਤਨ ਤਨ ਹਮਾਰੇ ਭਾਗ ਕਰ ਆਇਆ ਪੀਰ ਮੇਰਾ। ਪੰਜਾਬ ਤੋਂ ਜਦੋਂ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਦਿੱਲੀ ਵੱਲ ਨੂੰ ਤੁਰੇ ਨਾ, ਤੇ ਅੰਬਾਲੇ ਪਹੁੰਚ ਕੇ ਪੰਡਤ ਲਾਲ ਚੰਦ ਜੀ ਨੂੰ ਆਪਣੀ ਵਿਦਵਤਾ ਦਾ, ਆਪਣੇ ਗਿਆਨ ਦਾ ਬੜਾ ਹੰਕਾਰ ਹੈ। ਮਹਾਰਾਜ ਨੂੰ ਮਿਲ ਕੇ ਕਹਿੰਦਾ, ਇਹ 5 ਸਾਲ ਦਾ ਬੱਚਾ ਨਾਮ ਕ੍ਰਿਸ਼ਨ ਜੀ ਵਾਲਾ ਰੱਖਾਇਆ ਹੋਇਆ, ਮੈਂ ਤੇ ਤਾਂ ਮੰਨਾਂਗਾ ਜੇ ਗੀਤਾ ਦੇ ਅਰਥ ਕਰਕੇ ਵਿਖਾਣ। ਇਹ ਪੰਡਤ ਲਾਲ ਚੰਦ ਬਹੁਤ ਸ਼ਾਸਤਰਾਂ ਦਾ ਗਿਆਤਾ ਹੈ, ਪੜ੍ਹਿਆ ਲਿਖਿਆ ਹੈ, ਪਰ ਹੰਕਾਰ ਦੀ ਟੋਕਰੀ ਸਿਰ ਤੇ ਚੁੱਕੀ ਫਿਰਦਾ ਹੈ, ਬਈ ਮੇਰੇ ਵਰਗਾ ਕੋਈ ਹੋਰ ਨਹੀਂ। ਬਾਲਾ ਪ੍ਰੀਤਮ ਕਹਿਣ ਲੱਗੇ, ਪੰਡਤ ਜੀ ਜੇ ਅਸੀਂ ਗੀਤਾ ਦੇ ਅਰਥ ਕਰ ਵੀ ਦਿੱਤੇ ਨਾ, ਹੁਣ ਤੁਹਾਡੇ ਅੰਦਰ ਸ਼ੰਕਾ ਪੈਦਾ ਹੋ ਗਿਆ, ਤੁਹਾਨੂੰ ਤਸੱਲੀ ਨਹੀਂ ਹੋਵੇਗੀ। ਛੋਟੀ ਜੀ ਉਮਰ 5 ਸਾਲ ਦੀ ਅਵਸਥਾ। ਬਾਲਾ ਪ੍ਰੀਤਮ ਕਹਿੰਦੇ ਨੇ, ਪੰਡਤ ਜੀ ਤੁਸੀਂ ਇੰਜ ਕਰੋ, ਆਪਣੀ ਮਨਮਰਜ਼ੀ ਦਾ ਬੰਦਾ ਲੈ ਕੇ ਆਓ, ਉਹਦੇ ਕੋਲੋਂ ਅਸੀਂ ਗੀਤਾ ਦੇ ਅਰਥ ਕਰਵਾ ਦਿਆਂਗੇ। ਇਹਦਾ ਹੰਕਾਰ ਹੋਰ ਵੀ ਡਬਲ ਹੋ ਗਿਆ। ਜਾਣ ਬੁੱਝ ਕੇ ਪੂਰੇ ਪਿੰਡ ਵਿੱਚੋਂ ਇੱਕ ਬੰਦਾ ਲੱਭ ਕੇ ਲੈ ਕੇ ਆਇਆ, ਜਿਸ ਦਾ ਨਾਮ ਹੈ ਛੱਜੂ ਚੀਵਰ, ਜਿਹੜਾ ਬਚਪਨ ਤੋਂ ਹੀ ਗੂੰਗਾ ਤੇ ਬੋਲਾ ਹੈ। ਬਚਪਨ ਤੋਂ ਹੀ ਬੋਲਦਾ ਨਹੀਂ, ਸੁਣਦਾ ਵੀ ਨਹੀਂ। ਇਸ ਪੰਡਤ ਦੇ ਅੰਦਰ ਇੱਕ ਗੱਲ ਚੱਲੀ ਜਾਂਦੀ ਹੈ, ਬਈ ਭਰੇ ਪੰਡਾਲ ਵਿੱਚ ਸਾਰੀ ਸੰਗਤ ਦੇ ਸਾਹਮਣੇ ਅੱਜ ਮੇਰੀ ਜੈ ਜੈਕਾਰ ਹੋ ਜਾਏਗੀ, ਇਸ ਬੱਚੇ ਦੀ ਤੋਹੀਨ ਹੋ ਜਾਏਗੀ। ਭਰੇ ਪੰਡਾਲ ਵਿੱਚ ਆ ਕੇ ਕਹਿੰਦਾ, ਲੋ ਮਹਾਰਾਜ ਤੁਸੀਂ ਆਖਿਆ ਸੀ ਨਾ ਕਿ ਆਪਣੀ ਮਨਮਰਜ਼ੀ ਦਾ ਬੰਦਾ ਲੈ ਕੇ ਆ, ਮੈਂ ਲੈ ਕੇ ਆਇਆ, ਇਹਦੇ ਕੋਲੋਂ ਕਰਾਓ ਗੀਤਾ ਦੇ ਅਰਥ। ਬਾਲਾ ਪ੍ਰੀਤਮ ਬੋਲੇ ਕੁਝ ਵੀ ਨਹੀਂ। ਜਿਹੜੀ ਛੜੀ ਫੜੀ ਹੋਈ ਸੀ ਨਾ ਹੱਥ ਵਿੱਚ, ਛੱਜੂ ਚੀਵਰ ਦੇ ਸਿਰ ਤੇ ਟਿਕਾਈ, ਜਿਹੜਾ ਬਚਪਨ ਤੋਂ ਕਦੇ ਬੋਲਿਆ ਹੀ ਨਹੀਂ, ਗੂੰਗਾ ਸੀ, ਜਿਹਨੂੰ ਸੁਣਦਾ ਵੀ ਨਹੀਂ ਸੀ। ਕਹਿੰਦੇ ਨੇ ਛੱਜੂ ਚੀਵਰ ਨੇ ਗੀਤਾ ਦੇ ਉਹ ਅਰਥ ਕੀਤੇ ਜਿਹੜੇ ਅੱਜ ਤੱਕ ਵੱਡੇ ਤੋਂ ਵੱਡੇ ਵਿਦਵਾਨਾਂ ਨੇ ਵੀ ਨਹੀਂ ਕੀਤੇ। ਜਦੋਂ ਇਹਨੇ ਅਰਥ ਕਰਕੇ ਵਿਖਾਏ ਨਾ, ਪੰਡਤ ਲਾਲ ਚੰਦ ਦਾ ਹੰਕਾਰ ਟੁੱਟ ਗਿਆ। ਚਰਨਾਂ ਤੇ ਮੱਥਾ ਟੇਕ ਕੇ ਕਹਿਣ ਲੱਗਾ, ਮਹਾਰਾਜ ਮੈਨੂੰ ਬਖਸ਼ ਲਓ, ਇਹ ਤਾਂ ਗੂੰਗਾ ਸੀ, ਇਹ ਤਾਂ ਬੋਲਾ ਸੀ। ਫਿਰ ਇਹਨੇ ਉਹ ਅਰਥ ਕੀਤੇ ਜਿਹੜੇ ਅੱਜ ਤੱਕ ਮੈਂ ਵੀ ਨਹੀਂ ਸੁਣੇ। ਇੰਜ ਲੱਗਦਾ ਹੈ ਜਿਵੇਂ ਬਾਲਾ ਪ੍ਰੀਤਮ ਇਸ ਪੰਡਤ ਦਾ ਜਿੱਥੇ ਹੰਕਾਰ ਤੋੜਨ ਵਾਸਤੇ ਆਏ, ਇਹਦੇ ਰਾਹੀਂ ਫਿਰ ਗਰੀਬੜੇ ਦੇ ਛੱਜੂ ਚੀਵਰ ਦੇ ਵੀ ਭਾਗ ਜਗਾਉਣ ਵਾਸਤੇ ਆਏ। ਛੱਜੂ ਚੀਵਰ ਦੇ ਵੀ ਭਾਗ ਜਗਾਏ। ਸਾਰੀਆਂ ਸੰਗਤਾਂ ਨੇ ਜੈ ਜੈਕਾਰਾ ਕੀਤੀਆਂ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ, ਸਰੀਰ ਹੀ ਬਦਲੇ, ਜੋਤ ਤੇ ਤੁਹਾਡੀ ਬੈਠੀ ਹੋਈ। ਇਹੀ ਸ਼ੰਕਾ ਰਾਜਾ ਜੈ ਸਿੰਘ ਨੇ ਕੀਤਾ, ਜਿੱਥੇ ਗੁਰਦੁਆਰਾ ਬੰਗਲਾ ਸਾਹਿਬ ਹੈ।
ਉਹਨੇ ਕੀ ਕੀਤਾ? ਰਾਣੀ ਨੂੰ ਗੋਲੀਆਂ ਵਾਲੇ ਕੱਪੜੇ ਪਵਾਏ ਤੇ ਗੋਲੀਆਂ ਨੂੰ ਸੇਵਾਦਾਰੇ ਜਿਹੜੇ ਰੱਖੇ ਹੁੰਦੇ ਉਹਨਾਂ ਨੂੰ ਰਾਣੀ ਵਾਲਾ ਕੱਪੜਾ ਪਵਾ ਕੇ ਨਾ, ਬਾਣਾ ਪਵਾ ਕੇ ਤਖਤ ਤੇ ਬਿਠਾ ਦਿੱਤਾ। ਤੇ ਸ਼ੰਕਾ ਪੈਦਾ ਹੋ ਗਿਆ, ਗੁਰੂ ਹਰਕ੍ਰਿਸ਼ਨ ਸਾਹਿਬ ਜੀ 5 ਸਾਲ ਦੀ ਉਮਰ ਅਸੀਂ ਤਾਂ ਮੰਨਾਂਗੇ ਬਈ ਗੋਲੀਆਂ ਵਿੱਚੋਂ ਸਾਡੀ ਰਾਣੀ ਨੂੰ ਆਪ ਹੀ ਪਛਾਣ ਲੈਣ। ਇੱਕੋ ਜਿਹੇ ਕੱਪੜੇ ਪਵਾ ਦਿੱਤੇ ਸਭ। ਨੌਕਰਾਣੀ ਨੂੰ ਤਖਤਾਂ ਤੇ ਬਿਠਾ ਦਿੱਤਾ ਪੱਲਾ ਕਰਕੇ। ਗੁਰੂ ਹਰਕ੍ਰਿਸ਼ਨ ਸਾਹਿਬ ਜੀ ਜਦੋਂ ਇਹਦੇ ਬੰਗਲੇ ਵਿੱਚ ਗਏ ਨਾ, ਤੇ ਛੜੀ ਉਸੇ ਰਾਣੀ ਦੇ ਸਿਰ ਤੇ ਟਿਕਾ ਦਿੱਤੀ ਜਿਹਨੇ ਗੋਲੀਆਂ ਵਾਲੇ ਕੱਪੜੇ ਪਾਏ। ਤੇ ਕਹਿਣ ਲੱਗੇ, ਰਾਣੀ ਜੀ ਤੁਸੀਂ ਗੋਲੀ ਨਹੀਂ। ਸ਼ੰਕਾ ਨਹੀਂ ਕਰੀਦਾ ਜਿੱਥੇ ਪਿਆਰ ਤੇ ਭਰੋਸਾ ਹੋਵੇ। ਸਾਡੇ ਪਿਆਰ ਵਿੱਚ ਇਸ ਵੇਲੇ ਪਤਾ ਕੌਣ ਬੈਠਾ ਹੋਇਆ? ਬਾਲਾ ਪ੍ਰੀਤਮ ਕਹਿਣ ਲੱਗੇ, ਜਿਸ ਗੋਲੀ ਨੂੰ ਤੁਸੀਂ ਤਖਤਾਂ ਤੇ ਬਿਠਾਇਆ ਨਾ, ਉਹ ਪੱਲਾ ਕਰਕੇ ਚੁੰਨੀ ਦਾ ਭੂਪਾ ਮਾਰ ਕੇ ਰੋ ਰੋ ਕੇ ਅਰਦਾਸਾਂ ਕਰਦੀ ਪਈ ਏ, ਐ ਬਾਲਾ ਪ੍ਰੀਤਮ ਹਾਲੇ ਤੇਰੇ ਦਰਸ਼ਨ ਨਹੀਂ ਹੋਏ, ਤੇਰਾ ਨਾਮ ਸੁਣ ਕੇ ਹੀ ਤਖਤ ਤਾਜ ਮਿਲ ਗਏ। ਜਿਹੜੇ ਤੇਰੇ ਨਾਮ ਨਾਲ ਜੁੜਦੇ ਹੋਣਗੇ ਉਹਨਾਂ ਨੂੰ ਕੀ ਨਹੀਂ ਮਿਲਦਾ ਹੋਏ। ਐ 8ਵੇਂ ਨਾਨਕ ਬਾਲਾ ਪ੍ਰੀਤਮ, ਹਾਲੇ ਤੇਰੇ ਦਰਸ਼ਨ ਨਹੀਂ ਹੋਏ, ਤੇਰੇ ਬਾਰੇ ਸੁਣਿਆ ਹੀ ਹੈ। ਤੇਰੇ ਨਾਮ ਲਿਆ, ਮੈਨੂੰ ਗਰੀਬੜੀ ਨੂੰ ਤਖਤ ਤੇ ਤਾਜ ਮਿਲ ਗਏ। ਤਖਤ ਤੇ ਬੈਠ ਕੇ ਗੋਲੀ ਇਹ ਅਰਦਾਸਾਂ ਕਰਦੀ ਹੈ। ਰਾਣੀ ਨੂੰ ਸਮਝ ਪੈ ਗਈ, ਰਾਜਾ ਜੈ ਸਿੰਘ ਨੂੰ ਸਮਝ ਪੈ ਗਈ ਵੀ ਇਹ ਆਮ ਰੂਹ ਨਹੀਂ, ਇਹ ਤਾਂ ਗੁਰੂ ਨਾਨਕ ਦੇ ਘਰ ਦੇ ਮਾਲਕ ਨੇ। ਨਮਸਕਾਰਾਂ ਕੀਤੀਆਂ। ਪਿਆਰਿਓ, ਦੁਨੀਆ ਵਿੱਚ ਤਾਜ ਮਹਿਲ ਵੀ ਹੈ, ਬਹੁਤ ਵੱਡੇ ਵੱਡੇ, ਲੰਕਾ ਵੀ ਹੈ ਰਾਵਣ ਦੀ, ਵੱਡੇ ਵੱਡੇ ਬੰਗਲੇ ਵੀ ਨੇ, ਪਰ ਕਿਸੇ ਬੰਗਲੇ ਨੂੰ ਅੱਜ ਤੱਕ ਸਾਹਿਬ ਨਹੀਂ ਲੱਗਾ, ਇੰਨਾ ਮਾਨ ਸਨਮਾਨ ਨਹੀਂ ਮਿਲਿਆ। ਜਦੋਂ ਮੇਰੇ ਬਾਲਾ ਪ੍ਰੀਤਮ ਸਾਹਿਬ ਨੇ ਚਰਨ ਪਾਏ, ਉਹ ਆਮ ਬੰਗਲਾ ਵੀ ਗੁਰਦੁਆਰਾ ਬੰਗਲਾ ਸਾਹਿਬ ਬਣ ਗਿਆ। ਅੱਜ ਉਹ ਗੁਰਦੁਆਰਾ ਬੰਗਲਾ ਸਾਹਿਬ ਦਿੱਲੀ ਸੁਸ਼ੋਭਿਤ ਹੈ। ਜਿਹੜੇ ਜਾਂਦੇ ਨੇ, ਦਰਸ਼ਨ ਕਰਦੇ ਨੇ, ਹਿੰਦੂ ਵੀਰ ਵੀ, ਮੁਸਲਮਾਨ ਵੀਰ ਵੀ, ਐਸੀਆਂ ਐਸੀਆਂ ਰੂਹਾਂ ਕਹਿੰਦੇ ਨੇ ਅੱਜ ਵੀ ਪ੍ਰਤੱਖ ਇੱਥੇ ਬਰਕਤਾਂ। ਬਾਲਾ ਪ੍ਰੀਤਮ ਨੇ ਚੇਚਕ ਦੀ ਬਿਮਾਰੀ ਆਪਣੇ ਤੇ ਲੈ ਕੇ ਸਾਰੇ ਦਿੱਲੀ ਵਾਸੀਆਂ ਨੂੰ ਠੀਕ ਕੀਤਾ। ਤੁਸੀਂ ਵੀ ਕਹੋ ਧੰਨ ਧੰਨ ਮੇਰੇ ਮਾਲਕ ਨੂੰ। ਸਤਿਗੁਰੂ ਤੁਸੀਂ ਮੇਰੇ ਹਿਰਦੇ ਵਿੱਚ ਆਏ ਹੋ, ਕਿਸੇ ਦੇ ਬੰਗਲੇ ਵਿੱਚ ਆਏ ਹੋ, ਕਿਸੇ ਪੰਡਤ ਲਾਲ ਚੰਦ ਦੇ ਹਿਰਦੇ ਵਿੱਚ ਆਏ ਹੋ, ਕਿਸੇ ਛੱਜੂ ਝੀਵਰ ਦੇ ਭਾਗ ਜਗਾਉਣ ਵਾਸਤੇ ਆਏ ਹੋ। ਤੁਸੀਂ ਮੈਨੂੰ ਆਪਣੇ ਕੀਰਤਨ ਰਾਹੀਂ ਤੁਸੀਂ ਮੇਰੇ ਵੀ ਤਾਂ ਹਿਰਦੇ ਵਿੱਚ ਆਏ ਹੋ। ਧੰਨ ਧੰਨ ਹਮਾਰੇ ਭਾਗ, ਕਰ ਆਇਆ ਪੀਰ ਮੇਰਾ। ਪੜੋ ਸਾਰੇ। ਤਨ ਤਨ ਹਮਾਰੇ ਭਾਗ, ਕਰ ਆਇਆ ਪੀਰ ਮੇਰਾ। ਜਪੋ ਭਾਈ। ਤਨ ਤਨ ਹਮਾਰੇ ਭਾਗ, ਕਰ ਆਇਆ ਪੀਰ ਮੇਰਾ। ਵਾਹਿਗੁਰੂ 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 ਵਾਹਿਗੁਰੂ। ਤਨ ਤਨ ਹਮਾਰੇ ਭਾਗ, ਕਰ ਆਇਆ ਪੀਰ ਮੇਰਾ। ਜਪ ਲਓ। ਤਨ ਤਨ ਹਮਾਰੇ ਭਾਗ, ਕਰ ਆਇਆ ਪੀਰ ਮੇਰਾ। रोगी का प्रभ खंडो रोग, दुखिए का मिटव प्रभ सोग। रोगी का प्रभ खंडो रोग, रोगी का प्रभ खंडो रोग।
रोग दुखिए का मिटाव प्रभु सो जी दुखिए का मिटाव प्रभु सो निथावे को तुम थान बैठाओ दास अपने को भक्ति लाओ रोगी का अब खंडो रोग रोगी का प्रभ खंडो रोग दुखिए का मिटाओ प्रभु सो दुखिए का मिटाओ प्रभु सो निर्धन को तुम देवो धना अनक पाप जाय निर्मल मना सगल मनोरथ पूरन काम भगत अपने को देहो नाम रोगी का अब खंडो रोग रोगी का अब खंडो रोग दुखिए का मिटाओ प्रभु सोग दुखिए का मिटाओ प्रभु सोग सफल सेवा गोपाल राय सफल सेवा गोपाल राय सफल सेवा गोपाल राय सफल सेवा गोपाल राय गोपाल राय गोपाल करण करावन हार स्वामी ताते बिरथा कोई न जाए कोई न जाए निमाणे को प्रभु दे तो मान मूड मुगध होए चतुर सुज्ञान सगल बयान का सगल बयान का पाओ न से जन अपने के हर मन बसे पार ब्रह्म प्रभु सुख निदान तत् ज्ञान हर अमृत नाम कर कृपा संत टहले लाए नानक साधु संग समाए नानक साधु संग समाए संग समाए संग समाए सतनाम श्री वाहेगुरु सतनाम श्री वाहेगुरु जप लो सतनाम श्री वाहेगुरु सतनाम श्री वाहेगुरु बोलो भाई
ਵਾਹਿਗੁਰੂ 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 ਰੋਗੀ ਕਾ ਪ੍ਰਭ ਖੰਡੋ ਰੋਗ रोगी का प्रभ खंडो रोग ਦੁਖੀਏ ਕਾ ਮਿਟਾਵੋ ਪ੍ਰਭ ਸੋਗ दुखिए का ਮਿਟਾਵੋ ਪ੍ਰਭ ਸੋਗ दुखिए का ਮਿਟਾਵੋ ਪ੍ਰਭ सोग दुखिए का मिटावो प्रभ सोग वाहेगुरु। ਕਿਸੇ ਨੂੰ ਕੋਈ ਰੋਗ ਲੱਗਾ, ਕਿਸੇ ਨੂੰ ਕੋਈ ਰੋਗ ਲੱਗਾ, ਕਿਸੇ ਨੂੰ ਸਰੀਰ ਦਾ ਦੁੱਖ ਹੈ, ਕਿਸੇ ਨੂੰ ਮਾਨਸਿਕ ਟੈਨਸ਼ਨਾਂ ਨੇ, ਕਿਸੇ ਨੂੰ ਮਨ ਦੇ ਰੋਗ ਨੇ। ਮਹਾਰਾਜ ਕਹਿ ਰਹੇ ਨੇ ਹੈ ਨ ਸਾਰੇ ਰੋਗੀ। ਬਾਲੀ ਰੋਵੇ ਨਾਏ ਪਤਾਰ ਨਾਨਕ ਦੁਖੀਆ। ਕੋਈ ਨਾ ਦੱਸੇ ਗੱਲ ਵੱਖਰੀ ਹੈ, ਪਰ ਕਿਸੇ ਨਾ ਕਿਸੇ ਦਾ ਦੁੱਖ ਚਿੰਤਾ ਟੈਨਸ਼ਨ ਹਰ ਕਿਸੇ ਨੂੰ ਲੱਗੀ ਹੋਈ ਹੈ। ਮਹਾਰਾਜ ਕੌਣ ਨੇ ਜਿਹੜੇ ਮੁਕਤ ਹੋ ਜਾਂਦੇ ਨੇ ਜਿਉਂਦਿਆਂ ਜੀ? ਕਹਿੰਦੇ ਨੇ ਜਿਨ੍ਹਾਂ ਦੇ ਕੋਲ ਨਿਤਨੇਮ ਹੈ, ਬਾਣੀ ਹੈ, ਕੀਰਤਨ ਹੈ। ਆਉਂਦੀਆਂ ਨੇ ਚਿੰਤਾਵਾਂ, ਦੁੱਖ ਆਉਂਦੇ ਨੇ, ਪਰ ਹਵਾ ਦੇ ਝੌਂਕੇ ਵਾਂਗ ਆ ਕੇ ਦੌੜ ਜਾਂਦੇ ਨੇ, ਕਿਉਂਕਿ ਸੁਪਰੀਮ ਪਾਵਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਵਾਸਾ ਹੈ। ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕਾ ਡੇਰਾ ਪੰਨਾ। ਇੱਕ ਵਾਰੀ ਗਾ ਲਓ। ਬਾਲਾ ਪ੍ਰੀਤਮ ਦੇ ਚਰਨਾਂ ਵਿੱਚ ਹਾਜ਼ਰੀ ਸਮਾਪਤੀ ਹੈ। ਰੋਗੀ ਕਾ ਪ੍ਰਭ ਖੰਡੋ ਰੋਗ रोगी का प्रभ खंडो रोग दुखिए का मिटावो प्रभ सोग दुखिए का मिटावो प्रभ सोग। फुल चुक दिखी मां बाला प्रीतम बख्शिश करन रहमत करन ਗਾਵਿਆ ਸੁਣਿਆ ਉਹਨਾਂ ਦਾ ਥਾਂ ਪੈਂਦਾ ਹੈ ਜਿਹੜੇ ਸਤਿਗੁਰਾਂ ਦੀ ਗੱਲ ਮੰਨ ਲੈਂਦੇ। ਮੱਥਾ ਟੇਕਣ ਦਾ ਮਤਲਬ ਹੀ ਹੈ ਸਤਿਗੁਰੂ ਆਪਣੀ ਮੱਤ ਦੇ ਦੇ, ਆਪਣਾ ਨਾਮ ਦੇ ਦੇ, ਆਪਣੇ ਘਰ ਦੀ ਬਾਣੀ ਦਾ ਰਸ ਦੇ ਦੇ। ਗੁਰ ਕੀ ਮੱਤ ਤੂੰ ਲੈ ਈਆਂ ਨੇ, ਸੁਖਮਨੀ ਸਾਹਿਬ ਗੁਰ ਕੀ ਮੱਤ ਤੂੰ ਲੈ ਈਆਂ ਨੇ, ਭਗਤ ਬਿਨਾ ਬਹੁ ਡੂਬੇ ਸਿਆਣੇ। ਵੱਡੇ ਵੱਡੇ ਡੁੱਬ ਗਏ ਜਿਹੜੇ ਸਿਆਣੇ ਬਣਦੇ ਸਨ। ਦੁਨੀਆ ਦੀ ਵਿਦਿਆ ਜ਼ਰੂਰੀ ਹੈ, ਦੁਨੀਆ ਦੀ ਪੜ੍ਹਾਈਆਂ ਜ਼ਰੂਰੀਆਂ ਨੇ। ਸਤਿਗੁਰੂ ਕਹਿ ਰਹੇ ਨੇ ਵੀ ਸਾਇੰਸ ਦੀ ਜਿਹੜੀ ਸ਼ੁਰੂਆਤ ਹੈ ਨਾ ਉਹ ਬਾਹਰੋਂ ਸ਼ੁਰੂ ਹੁੰਦੀ ਹੈ। ਬੜਾ ਕੁਝ ਲੱਭਿਆ ਸਾਇੰਸਦਾਨਾਂ ਨੇ, ਪਰ ਗੁਰੂ ਨਾਨਕ ਦੀ ਕਿਰਪਾ ਦੀ ਜਿਹੜੀ ਖੇਡ ਹੈ ਉਹ ਤੇਰੇ ਅੰਦਰੋਂ ਸ਼ੁਰੂ ਹੋਣੀ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ ਜਿੰਨਾ ਸ਼ੁਕਰਾਨਾ ਕਰੀਏ ਥੋੜਾ ਹੈ। ਬਾਲਾ ਪ੍ਰੀਤਮ ਨੇ ਦਿੱਲੀ ਅਸਥਾਨ ਤੇ ਬੈਠ ਕੇ ਚੇਚਕ ਦੀ ਬਿਮਾਰੀ ਸਭ ਨੂੰ ਨਿਰੋਗ ਬਣਾਇਆ। ਗੁਰੂ ਨਾਨਕ ਦੇ ਘਰ ਵਿੱਚੋਂ ਕੋਈ ਝੋਲੀ ਖਾਲੀ ਨਹੀਂ ਜਾਂਦੀ। ਭਾਵੇਂ 500 ਪੰਡਤ ਗੁਰੂ ਤੇਗ ਬਹਾਦਰ ਸਾਹਿਬ ਜੀ ਕੋਲ ਆਏ, ਭਾਵੇਂ ਕੋਈ ਦੁਖਿਆਰਾ ਆਇਆ, ਕਿਸੇ ਮਨੋਰਥ ਨੂੰ ਵੀ ਲੈ ਕੇ ਕੋਈ ਆਇਆ। ਇਸੇ ਕਰਕੇ ਦੁਨੀਆ ਕਹਿੰਦੀ ਏ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ। ਦਸਰਿਆਂ ਤੋਂ ਬਾਅਦ ਪੰਥ ਦੇ ਬਹੁਤ ਪਿਆਰੇ ਵਿਦਵਾਨ ਭਾਈ ਸਾਹਿਬ ਜੀ, ਵਰਿੰਦਰਪਾਲ ਸਿੰਘ ਜੀ, ਗੁਰੂ ਕੇ ਪਿਆਰੇ ਸਾਜੇ ਨਿਵਾਜੇ, ਜਿਨ੍ਹਾਂ ਤੇ ਸਤਿਗੁਰ ਦੀ ਕਿਰਪਾ ਹੈ, ਉਹ ਆਪ ਜੀ ਦੇ ਸਨਮੁਖ ਹੋਣਗੇ। ਬਾਲਾ ਪ੍ਰੀਤਮ ਦੇ ਆਗਮਨ ਪੁਰਬ ਦੀਆਂ ਲੱਖ 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 ਵਧਾਈਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਾਧ ਸਿੰਘ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਦਾਸ ਖਿਮਾ ਚਾਹੁੰਦਾ, ਮੈਂ 2-4 ਸੈਕਿੰਡ ਲੇਟ ਹੋ ਗਿਆ ਕਿਉਂਕਿ ਮੈਂ ਕੰਮ ਕਰ ਰਿਹਾ ਸੀ ਕਮਰੇ 'ਚ ਅਤੇ ਮੈਂ ਖਿਆਲ ਨਹੀਂ ਕੀਤਾ ਟਾਈਮ ਦਾ। ਸੋ ਖਿਮਾ ਚਾਹੁੰਦਾ ਇਸ ਗੱਲ ਲਈ। ਧੰਨਵਾਦ ਹੈ ਇੱਥੇ ਭਾਈ ਸਾਹਿਬ ਭਾਈ ਓਮਕਾਰ ਸਿੰਘ ਜੀ ਤੋਂ ਜਥੇ ਦਾ, ਜਿਨ੍ਹਾਂ ਨੇ ਆਪਣੀ ਲਾਹੇਵੰਦ ਦੇ ਕੀਰਤਨ ਸਰਵਣ ਕਰਵਾਏ ਨੇ। ਸੋ
ਉਹਨਾਂ ਦਾ ਹਾਰਦਿਕ ਹਾਰਦਿਕ ਧੰਨਵਾਦ ਜੀ। ਅਤੇ ਅਮਿਤ ਲਓ ਜੀ, ਉਹ ਤਿੰਨ ਨੇ ਜੀ, ਹਾਂਜੀ ਤਿੰਨ ਦੇਖ ਲਿਓ। ਸੋ ਹੁਣ ਆਪ ਜੀ ਨੂੰ ਇਲਾਹੀ ਬਾਣੀ ਦੀ ਕਥਾ ਸਰਵਣ ਕਰਾਉਣਗੇ ਭਾਈ ਸਾਹਿਬ ਭਾਈ ਵਰਿੰਦਰਪਾਲ ਸਿੰਘ ਜੀ। ਸੋ ਸਮਾਂ ਉਹਨਾਂ ਦਾ ਹੋਏਗਾ 12 ਵਜੇ ਤੱਕ। ਸੂਚਨਾਵਾਂ ਸਾਂਝੀਆਂ ਕਰ ਲਈ ਜਲਦੀ ਜਲਦੀ, ਜਿੰਨੇ ਚਿਰ ਤੱਕ ਉਹ ਤਿਆਰ ਹੋ ਰਹੇ ਨੇ। ਕਿ ਪਰਸੋਂ ਆਪਾਂ ਮਨਾ ਕੇ ਹਟੇ ਹਾਂ ਪ੍ਰਕਾਸ਼ ਧੰਨ ਧੰਨ ਗੁਰੂ ਹਰਗੋਬਿੰਦ ਹਰਕ੍ਰਿਸ਼ਨ ਸਾਹਿਬ ਜੀ ਦਾ, ਜਿਹਨਾਂ ਦੇ ਬਾਰੇ ਆਪਾਂ ਕਹਿੰਦੇ ਸਾਂ ਕਿ ਸ੍ਰੀ ਹਰਕ੍ਰਿਸ਼ਨ ਧਿਆਈ ਹੈ ਜਿਸ ਡਿਠੇ ਸਭ ਦੁੱਖ ਜਾਏ। ਅਤੇ 31 ਜੁਲਾਈ ਨੂੰ ਆ ਰਹੀ ਸ਼ਹੀਦੀ ਪੰਥ ਦੇ ਮਹਾਨ ਸ਼ਹੀਦ ਭਾਈ ਊਧਮ ਸਿੰਘ ਜੀ ਦੀ, ਅਤੇ 17 ਅਗਸਤ ਨੂੰ ਹੈਗੀ ਜੀ ਸੰਗਰਾਂਦ। ਅਗਸਤ 28 ਨੂੰ ਆ ਰਿਹਾ ਜੀ ਪਹਿਲਾ ਪ੍ਰਕਾਸ਼ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ। ਗੁਰੂ ਗ੍ਰੰਥ ਜੀ ਮਾਨਿਓ ਪਰ ਗੁਰੂ ਗ੍ਰੰਥ ਜੀ ਦੇ ਉਹਨਾਂ ਦਾ। ਸੋ ਆਪਾਂ ਉਸ ਦੇ ਸੰਬੰਧ ਵਿੱਚ ਸਾਡੇ ਪਾਸ ਆ ਰਹੇ ਨੇ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲੇ। 4 ਦਿਨ ਹਾਜ਼ਰੀ ਭਰਨਗੇ ਕੀਰਤਨ ਦੀ, 25 ਅਗਸਤ ਤੋਂ ਸ਼ੁਰੂ ਕਰਕੇ 25, 26, 27, 28 4 ਦਿਨ ਸ਼ਾਮ ਦੇ ਦੀਵਾਨਾਂ ਅੰਦਰ, ਫਿਰ ਐਤਵਾਰ ਨੂੰ ਦੁਪਹਿਰ ਦੇ ਦੀਵਾਨਾਂ ਅੰਦਰ। ਅੱਗੇ ਚਲੀਏ 30 ਨੂੰ ਆ ਰਿਹਾ ਜੀ ਹੋਰ ਵੀ ਮਹਾਨ ਦਿਹਾੜਾ, ਜਿਸ ਦਿਨ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨਤਾ ਹੋਈ ਸੀ, ਉਹ ਵੀ ਆਪਾਂ ਨੇ ਮਨਾਉਣਾ ਹੈਗਾ। ਕੀਰਤਨ ਦਰਬਾਰ ਹੋਣਗੇ ਅਤੇ ਉਸ ਦਿਨ ਜੋਤੀ ਜੋਤ ਸਮਾਉਣ ਦਾ ਵੀ ਦਿਹਾੜਾ ਆ ਰਿਹਾ ਧੰਨ ਧੰਨ ਗੁਰੂ ਰਾਮਦਾਸ ਜੀ ਸੋਢੀ ਸੁਲਤਾਨ ਪਾਤਸ਼ਾਹ ਜੀ ਦਾ। ਅਤੇ ਸੂਚਨਾਵਾਂ ਦੇ ਨਾਲ ਨਾਲ ਹੁਣ ਬੇਨਤੀਆਂ ਪਹਿਲਾਂ ਵੀ ਕੀਤੀਆਂ, ਹੁਣ ਫੇਰ ਕਰ ਰਹੇ ਹਾਂ, ਕਿਉਂਕਿ ਸੰਗਤਾਂ ਆ ਕੇ ਜਾਂਦੀਆਂ ਰਹਿੰਦੀਆਂ ਨੇ ਅਤੇ ਕੋਈ ਵੀ ਗੁੱਸਾ ਨਾ ਕਰੇ। ਮੈਂ ਹੱਥ ਜੋੜ ਕੇ ਬੇਨਤੀ ਕਰਦਿਆਂ ਮੇਰਾ ਫਰਜ਼ ਬਣਦਾ ਕਿ ਹਰ ਇੱਕ ਤੱਕ ਸੂਚਨਾ ਪਹੁੰਚ ਜਾਵੇ ਗੁਰੂ ਦੀ ਬਖਸ਼ ਦੁਆਰਾ। ਇਸ ਸਟੇਜ ਤੋਂ ਉਹ ਸੂਚਨਾ ਹੀ ਦੇਣ ਲਈ ਹੈ, ਇਹ ਹੋਰ ਕਿਸੇ ਪੋਲੀਟਿਕ ਕੰਮ ਲਈ ਨਹੀਂ ਹੈਗਾ। ਇਹ ਸਟੇਜ ਜਿਹੜਾ ਹੈਗਾ ਧਾਰਮਿਕ ਦੇ ਨਾਲ ਸੰਬੰਧਿਤ ਸਿਰਫ ਇਹ ਪਹਿਲਾਂ ਬੇਨਤੀ ਕਰਦੇ ਦੋਨੋਂ ਹੱਥ ਜੋੜ ਕੇ। ਕਦੇ ਮੈਂ ਇਸ ਤੋਂ ਬਾਹਰ ਗਿਆ ਹੋਇਆ ਤਾਂ ਮੈਨੂੰ ਦੱਸ ਦੇਣਾ ਤੁਸੀਂ ਆਪ ਜੀ ਨੇ, ਮੈਂ ਗੁੱਸਾ ਨਹੀਂ ਕਰਾਂਗਾ, ਜ਼ਰੂਰ ਕਿਰਪਾ ਕਰਨੀ ਦੱਸਣ ਦੀ। ਸੋ ਉਹ ਇਹ ਹੈ ਕਿ ਆਪ ਜੀ ਨੇ ਲੰਗਰ ਓਨਾ ਲੈਣਾ ਜਿੰਨਾ ਆਪ ਜੀ ਨੇ ਛਕ ਲੈਣਾ ਹੈਗਾ। ਵਾਧੂ ਪਲੇਟ ਦੇ ਵਿੱਚ ਜਿਹੜਾ ਲੰਗਰ ਆਪਾਂ ਨੂੰ ਹੋ ਗਿਆ ਉਹ ਫਿਰ ਘਰ ਵਿੱਚ ਜਾਂਦਾ ਨਹੀਂ, ਘਰ ਵਿੱਚ ਨਹੀਂ ਜਾਣ ਦੇਣਾ। ਇਹ ਗੁਰਮਰਿਆਦਾ ਇਹੀ ਹੈ ਕਿ ਲੰਗਰ ਉਹਨਾਂ ਲਾਓ ਜਿੰਨਾ ਛਕਣਾ ਬਸ। ਦੂਜੀ ਬੇਨਤੀ ਲੰਗਰ ਦੀ, ਬਲਕਿ 3 ਬੇਨਤੀਆਂ। ਦੂਜੀ ਬੇਨਤੀ ਹੈਗੀ ਆ ਜੀ ਕਿ ਉੱਥੇ ਫਿਰ ਆਪਾਂ ਲੰਗਰ ਛਕ ਲਿਆ ਨਾ 10-15 ਮਿੰਟ 20 ਮਿੰਟ ਅੱਧਾ ਘੰਟਾ 40 ਮਿੰਟ ਲਾ ਲਓ, ਚਲੋ ਕੋਈ ਜ਼ਿਆਦਾ ਚਿਰ ਲਾਉਂਦਾ, ਲਾ ਕੇ ਜੀ ਸੱਦ ਕੇ ਲਾਓ, ਪਰ ਉੱਥੋਂ ਫਿਰ ਉੱਠ ਖੜੇ ਹੋ ਤਾਂ ਕਿ ਬਾਕੀਆਂ ਦੀ ਥਾਂ ਵਿਹਲਾ ਹੋ ਜਾਏ। ਕਦੇ ਕਦੇ ਇੱਦਾਂ ਹੁੰਦੀ ਕਿ ਉੱਥੇ ਥਾਂ ਲੱਭਣਾ ਪੈਂਦਾ ਵੀ ਕਿੱਥੇ ਬੈਠੀਏ ਜੀ। ਉਹ ਤੋਂ ਪਹਿਲੇ ਬੈਠੇ ਜਿਹੜੇ ਹੁੰਦੇ ਨੇ ਉਹ ਬੈਠੇ ਗੱਲਾਂ ਕਰੀ ਜਾਂਦੇ ਨੇ। ਮੀਟਿੰਗ ਪਲੇਸ ਤਾਂ ਨਹੀਂ ਹੈਗਾ ਸੀ, ਇਹ ਤਾਂ ਗੁਰੂ ਘਰ ਲੰਗਰ ਸੀ ਮੇਰੇ ਪਿਆਰਿਓ। ਇਸ ਕਰਕੇ ਕਰਨੀ ਕਿਰਪਾ, ਲੰਗਰ ਛਕ ਲਿਆ ਅਤੇ ਜ਼ਰੂਰ ਥਾਂ ਵਿਹਲਾ ਕਰ ਦਈਏ ਬਾਕੀਆਂ ਦੀ। ਇਹ ਵੀ ਸੇਵਾ ਹੈ। ਤੀਜੀ ਗੱਲ, ਹੈਂਡੀਕੈਪ ਫਾਰ ਚੇਅਰਸ ਫਾਰ ਹੈਂਡੀਕੈਪ ਆ, ਓਨਲੀ ਬਾਬਾ ਬਖਸ਼ੇ ਆਪਾਂ ਰਾਜੀ ਖੁਸ਼ੀ ਰਹੀਏ, ਤੰਦਰੁਸਤੀਆਂ, ਪਿੱਠਾਂ ਨਾ ਦੁਖਦੀਆਂ ਹੋਣ, ਗੋਡੇ ਨਾ ਦੁਖਦੇ ਹੋਣ, ਹੋਰ ਕੋਈ ਅੰਗ ਨਾ ਦੁਖਦਾ ਹੋਵੇ, ਸਭ ਨੂੰ ਗੁਰੂ ਰਾਜੀ ਖੁਸ਼ੀ ਰੱਖੇ। ਅਤੇ ਉਹਨਾਂ ਕੁਰਸੀਆਂ 'ਤੇ ਨਹੀਂ ਬੈਠ ਕੇ ਲੰਗਰ ਛਕਣਾ। ਪਲੀਜ਼ ਸਿਟ ਡਾਊਨ ਔਨ ਦ ਫਲੋਰ। ਅਤੇ ਬਾਕੀਆਂ ਨੂੰ ਵੀ ਇਹ ਦੱਸੋ ਕਿ ਇਹ ਭਾਈ ਕੁਰਸੀਆਂ ਹਰ ਇੱਕ ਲਈ ਨਹੀਂ ਹੈਗੀਆਂ, ਉਹਨਾਂ ਲਈ ਹੈਗੀਆਂ। ਪਤਾ ਕੀ ਹੁੰਦਾ, ਨਹੀਂ ਤਾਂ ਉਹਨਾਂ ਨੂੰ ਥਾਂ ਨਹੀਂ ਮਿਲਦੀ, ਉਹ ਮੇਰੇ ਕੋਲ ਆ ਜਾਂਦੇ ਜੀ, ਸਾਰਾ ਬੈਠਣ ਨੂੰ ਥਾਂ ਨਹੀਂ। ਹੁਣ ਦੱਸੋ ਕੀ ਕਰੋਗੇ ਤੁਸੀਂ? ਮੈਂ ਤਾਂ ਹੁਣ ਕਿਸੇ ਨਾਲ ਲੜ ਨਹੀਂ ਲਗਾ ਆ ਕੇ, ਗੁਰੂ ਪਿਆਰਿਓ ਪਿਆਰ ਨਾਲ ਹੀ ਕਹੂੰਗਾ। ਸੋ ਇਸ ਕਰਕੇ ਮੈਂ ਪਿਆਰ ਦੀ ਮੈਂ ਕਰੂੰ ਕਿ ਮੈਂ ਉੱਥੇ ਹੀ ਕਹਿ ਦੂੰ ਸਾਰਿਆਂ ਨੂੰ, ਤੁਸੀਂ ਮੇਰੀ ਹੈਲਪ ਕਰੋ ਸਾਰੇ ਜਣੇ। ਕਦੇ ਕਦੇ ਚੰਗੇ ਭਲੇ ਬੈਠੇ ਹੁੰਦੇ ਨੇ ਉੱਥੇ, ਮੈਂ ਦੇਖ ਲੈਂਦਾ, ਪਰ ਮੈਂ ਕਹਿੰਦਾ ਨਹੀਂ ਹੁੰਦਾ। ਆਪਾਂ ਨਹੀਂ ਕਹਿਣਾ, ਉਹਨੇ ਗੁਰੂ ਦੀ ਬਖਸ਼ ਨਹੀਂ ਲਈ ਭਾਈ, ਕੁਰਸੀ 'ਤੇ ਬਹਿ ਕੇ ਛਕਣ ਲੱਗ ਪਿਆ ਤਾਂ ਮੈਂ ਕੀ ਕਰਾਂ ਹੁਣ? ਹਾਂਜੀ। ਸੋ ਇਸ ਕਰਕੇ ਕਰਨੀ ਕਿਰਪਾ, ਆਪ ਜੀ ਦੇ ਚਰਨਾਂ 'ਚ ਬੇਨਤੀ ਹੈ ਸਾਰਿਆਂ ਨੇ ਰਲ ਮਿਲ ਕੇ ਗੁਰੂ ਘਰ ਦੀ ਮਰਜ਼ਾਦਾ ਨੂੰ ਚਲਾਉਣਾ। ਮੈਂ ਇਕੱਲਾ ਨਹੀਂ ਚਲਾ ਸਕਦਾ, ਨਾ ਮੈਂ ਮਾਣ ਕਰਦਾ ਇਸ ਗੱਲ ਦਾ, ਨਾ ਮੈਂ ਕਰ ਸਕਦਾ। ਸਾਰਿਆਂ ਨੇ ਰਲ ਕੇ ਕਰਨਾ। ਮੇਰਾ ਕੰਮ ਹੈ ਕੁੱਕਰ ਦੀ ਤਰ੍ਹਾਂ ਆਪ ਦੀ ਤੱਕ ਸੂਚਨਾਵਾਂ ਅਤੇ ਬੇਨਤੀਆਂ ਪਹੁੰਚਾਉਣੀਆਂ। ਗਾਹਾਂ ਤੁਸੀਂ ਵੀ ਇੰਪਲੀਮੈਂਟ ਕਰਨੀਆਂ। ਆਪ ਜੀ ਨੇ ਵੀ ਆਪਣੀ ਡਿਊਟੀ ਕਰਨੀ। ਸਭ ਨੇ ਗੁਰੂ ਕੇ ਲੰਗਰ ਆ ਕੇ ਵੀ ਬਣਾਇਆ ਕਰੋ ਸਾਰੇ ਜਣੇ, ਬੀਬੀਆਂ ਮਾਈਆਂ ਸਵੇਰੇ। ਬਹੁਤ ਸਾਰੇ ਨੌਜਵਾਨ ਜੋੜੇ ਹੁਣ ਗੁਰੂ ਦੀ ਕਿਰਪਾ ਨਾਲ ਸ਼ੁਰੂ ਹੋਏ ਨੇ, ਪਰ ਆਪ ਜੀ ਵੀ ਆਓ, ਵੱਡੇ ਵੀ ਆਉਣਗੇ। ਅੱਗੇ ਸਾਰੇ ਆਉਂਦੇ ਹੁੰਦੇ ਸੀ ਪ੍ਰਸ਼ਾਦੇ ਬਣਾਉਣ ਨੂੰ ਸਵੇਰ ਨੂੰ, ਆਪ ਜੀ ਵੀ ਆਉਣਾ ਸ਼ੁਰੂ ਕਰੋ। ਜੇ ਨਹੀਂ ਅੱਗੇ ਆਏ, ਕਰਨੀ ਕਿਰਪਾ। ਅਤੇ ਆਪ ਜੀ ਨੇ ਅਤੇ ਹੁਣ ਇੱਕ ਸੂਚਨਾ ਸ਼ਾਇਦ ਮੈਂ ਛੱਡ ਗਿਆ, ਨਗਰ ਕੀਰਤਨ ਹੋ ਰਿਹਾ ਜੀ 4 ਸਤੰਬਰ ਨੂੰ।
ਆਪਣੇ ਗੁਰੂ ਘਰ ਵਿਖੇ 2 ਸਾਲ ਨਹੀਂ ਸੀ ਹੋ ਸਕਿਆ ਕੋਵਿਡ-19 ਕਰਕੇ। ਸੇਵਾ ਕਰੋ, ਉਹਦੇ ਵਿੱਚ ਜੀ ਦੀ ਗੁਰੂ ਦੀ ਬਖਸ਼ ਲਾਓ। ਆਓ ਹੁਣ ਕਥਾ ਸਰਵਣ ਕਰੀਏ ਭਾਈ ਸਾਹਿਬ ਜੀ ਪਾਸੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।